प्यारे विद्यार्थियों, ਅੱਜ ਅਸੀਂ ਜਿਹੜਾ ਲੇਖ ਪੜਾਂਗੇ 10ਵੀਂ ਸ਼੍ਰੇਣੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਵਾਰਤਕ ਭਾਗ ਵਿੱਚ ਦਰਜ ਲੇਖ ਘਰ ਦਾ ਪਿਆਰ, ਲੇਖਕ ਪ੍ਰਿੰਸੀਪਲ ਤੇਜਾ ਸਿੰਘ। ਇਸ ਲੇਖ ਨੂੰ ਅਸੀਂ ਅੱਜ ਪੜਾਂਗੇ, ਸੁਣਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਯਾਦ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪੜਾਂਗੇ ਘਰ ਕੀ ਹੈ। ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਲਦੀਆਂ ਹਨ, ਜਿੱਥੇ ਬਾਲਪਣ ਵਿੱਚ ਮਾਂ, ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿੱਥੇ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵੇਹਲ ਨੂੰ ਆਰਾਮ ਨਾਲ ਕੱਟਣ ਵਿੱਚ ਇਉਂ ਸਵਾਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਘਰ ਮਨੁੱਖ ਦੇ ਨਿੱਜੀ ਬਲਬਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਣ ਬਣਾਉਣ ਵਿੱਚ ਜਿੱਥੇ ਸਮਾਜ ਆਲਾ ਦੁਆਲਾ ਕੰਮ ਕਰਦਾ ਹੈ, ਉੱਥੇ ਸਭ ਤੋਂ ਪਹਿਲੇ ਤੁਹਾਨੂੰ ਬੱਚਿਓ ਪਤਾ ਹੀ ਹੈ ਕਿ ਘਰ ਜਿਹੜਾ ਵਾ ਮਨੁੱਖ ਦਾ ਸਭ ਤੋਂ ਪਹਿਲਾ ਸਕੂਲ ਹੁੰਦਾ ਹੈ। ਉਸ ਤੋਂ ਬਾਅਦ ਆਲਾ ਦੁਆਲਾ ਆਉਂਦਾ ਹੈ, ਫਿਰ ਅਸੀਂ ਸਕੂਲ ਜਾਂਦੇ ਹਾਂ। ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਕਿਤੇ ਘੱਟ ਨਹੀਂ ਆ, ਸਗੋਂ ਮਨੁੱਖ ਦਾ ਜੋ ਆਚਰਣ ਬਣਦਾ ਉਹ ਘਰ ਵਿੱਚ ਹੀ ਬਣਦਾ ਹੈ। ਉਸ ਦੀਆਂ ਰੁਚੀਆਂ, ਉਸ ਦੇ ਸੁਭਾਅ ਦਾ ਇਹ ਸਾਂਚਾ ਹੈ। ਕਈ ਵਾਰ ਜਦ ਅਸੀਂ ਕਿਸੇ ਸੱਜਣ ਨੂੰ ਮਿਲਦੇ ਹਾਂ ਤੇ ਉਹਦੇ ਸੁਭਾਅ ਤੋਂ ਕੀ ਅੰਦਾਜ਼ਾ ਲਗਾਉਂਦੇ ਹਾਂ ਕਿ ਉਸਦਾ ਸੁਭਾਅ ਖਿਜੂ ਆ, ਸੜੀਅਲ ਆ। ਕਿਉਂਕਿ ਉਸਨੂੰ ਘਰ ਦਾ ਪਿਆਰ ਨਹੀਂ ਮਿਲਿਆ। ਇਸੇ ਤਰ੍ਹਾਂ ਹੀ ਇੱਕ ਬਿਰਧ ਬੀਬੀ ਬੇਸ਼ੱਕ ਬੜੇ ਨੇਕ ਦਿਲ ਦੀ ਹੈ, ਸਭ ਨੂੰ ਮਿਲਦੀ ਆ, ਪਰ ਉਸਦੇ ਸੁਭਾਅ ਵਿੱਚ ਥੋੜਾ ਖਿਜੂਪਨ, ਖਰਵਾਪਨ ਝਲਕਦਾ ਵਾ। ਜਦੋਂ ਉਹਦੇ ਬਾਰੇ ਅਸੀਂ ਜਾਣਦੇ ਹਾਂ ਤਾਂ ਕੀ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਪਤੀ ਜਵਾਨੀ ਵਿੱਚ ਹੀ ਉਸਦਾ ਸਾਥ ਛੱਡ ਗਿਆ ਸੀ, ਜਿਹਦੇ ਕਰਕੇ ਉਸਦੀ ਝੋਲੀ ਧੀਆਂ ਪੁੱਤਰਾਂ ਤੋਂ ਖਾਲੀ ਰਹਿ ਗਈ। ਕਿਸੇ ਨੇ ਵੀ ਉਸਨੇ ਗਲ ਵਿੱਚ ਬਾਹਾਂ ਪਾ ਕੇ ਨਹੀਂ ਆਖਿਆ, ਬੇਜੀਓ ਮੈਂ ਕਿੱਡਾ ਸੋਹਣਾ ਵਾ। ਕਹਿਣ ਦਾ ਭਾਵ ਕਿ ਉਸਨੂੰ ਘਰ ਦਾ ਪਿਆਰ ਨਹੀਂ ਮਿਲਿਆ, ਜਿਸ ਕਰਕੇ ਉਸਦਾ ਸੁਭਾਅ ਜਿਹੜਾ ਸੀ ਖਿਜੂ ਬਣ ਗਿਆ ਸੀ। ਅਸੀਂ ਆਮ ਹੀ ਦੇਖਦੇ ਹਾਂ ਕਿ ਵੱਡੇ ਵੱਡੇ ਕਥਾਕਾਰ, ਬੇਸ਼ੱਕ ਉਹ ਬਾਹਰ ਪੰਡਾਲਾਂ ਵਿੱਚ ਬਹੁਤ ਸਾਰੀ ਵਖਿਆਨ, ਬੜੇ ਬੜੇ ਉਦਾਹਰਨਾਂ ਦੇ ਕੇ ਸਮਝਾਉਣਗੇ, ਦੂਜਿਆਂ ਨੂੰ ਹੈਰਾਨ ਕਰਨ ਵਾਲੀਆਂ ਗੱਲਾਂ ਕਰਨਗੇ, ਪਰ ਆਪ ਉਹਨਾਂ ਦਾ ਸੁਭਾਅ ਬੜਾ ਰੁੱਖਾ ਹੁੰਦਾ ਹੈ। ਕੀ ਕਾਰਨ? ਕਾਰਨ ਇਹੀ ਕਿ ਉਹ ਘਰ ਦੇ ਪਿਆਰ ਤੋਂ ਸੱਖਣੇ ਰਹਿੰਦੇ ਹਨ। ਕਿਉਂਕਿ ਅਜਿਹੇ ਆਦਮੀ ਕੀ ਕਰਦੇ ਨੇ? ਹਰ ਵੇਲੇ ਪੋਥੀਆਂ ਪੜ੍ਹਨ, ਇੱਧਰ ਉੱਧਰ ਸਫ਼ਰ ਕਰਨ ਵਿੱਚ ਲੱਗੇ ਰਹਿੰਦੇ ਹਨ। ਜ਼ਿਆਦਾ ਸਮਾਂ ਘਰ ਵਿੱਚ ਉਹ ਬਤੀਤ ਨਹੀਂ ਕਰ ਸਕਦੇ। ਇਹੋ ਜਿਹੇ ਕਥਾਕਾਰਾਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਇਉਂ ਦੱਸਿਆ ਜਿਵੇਂ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿੱਚੋਂ ਲੰਘੇ ਹੀ ਨਹੀਂ, ਤੇ ਉਹ ਬਚਪਨ ਵਿੱਚ ਹੀ ਪਰਮਾਰਥ ਦੀਆਂ ਗੱਲਾਂ ਕਰਦੇ ਸਨ। ਉਹ ਇਹ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਨ, ਅਲਬੇਲਾਪਨ, ਭੈਣ ਭਰਾ ਦਾ ਪਿਆਰ, ਲਾਡ, ਰੁਸੇਵੇਂ ਮਹਾਂਪੁਰਖਾਂ ਦੀ ਬਣਤਰ ਵਿੱਚ ਉੱਥੇ ਉਹੀ ਥਾਂ ਰੱਖਦੇ ਹਨ ਜੋ ਆਮ ਲੋਕਾਂ ਵਿੱਚ। ਅਜਿਹੇ ਲਿਖਾਰੀਆਂ ਨੇ ਈਸਾ ਮਸੀਹ ਦਾ ਜੀਵਨ, ਬਚਪਨ ਦਾ ਹਾਲ ਦਿੱਤੇ ਬਿਨਾਂ ਹੀ ਲਿਖ ਦਿੱਤਾ ਅਤੇ ਮਹਾਤਮਾ ਬੁੱਧ ਤੇ ਗੁਰੂ ਨਾਨਕ ਦੇ ਮਾਪਿਆਂ ਦੇ ਆਚਰਣ ਨੂੰ ਬੜੇ ਕੋਝੇ ਢੰਗ ਨਾਲ ਪੇਸ਼ ਕੀਤਾ। ਲੇਖਕ ਲਿਖਦਾ ਹੈ ਕਿ ਉਸਨੂੰ ਗੁਰੂ ਨਾਨਕ ਦੀ ਜਨਮ ਸਾਖੀ ਵਿੱਚੋਂ ਉਹ ਦ੍ਰਿਸ਼ ਸਭ ਤੋਂ ਵਧੇਕ ਦਰਦਨਾਕ ਅਤੇ ਰੋਮਾਂਚ ਕਰਨ ਵਾਲਾ ਲੱਗਦਾ ਹੈ, ਜਦੋਂ ਉਹ ਪਰਦੇਸ ਯਾਤਰਾ ਕਰਨ ਪਿੱਛੋਂ ਪਿੰਡੋਂ ਬਾਹਰ ਆਪਣੀ ਮਾਤਾ ਨੂੰ ਮਿਲਦੇ ਹਨ। ਮਾਤਾ ਆਪਣੇ ਪੁੱਤਰ ਨੂੰ ਵੇਖ ਕੇ ਬਹਿਬਲ ਹੋ ਜਾਂਦੀ ਹੈ ਅਤੇ ਉਸ ਵੇਲੇ ਜੋ ਮਮਤਾ ਵਾਲੇ ਲਫ਼ਜ਼ ਕਹਿੰਦੀ ਹੈ, ਉਹਨਾਂ ਦਾ ਕਰੁਣਾ ਰਸ ਉੱਚੀ ਤੋਂ ਉੱਚੀ ਕਵਿਤਾ ਤੇ ਉੱਚੇ ਤੋਂ ਉੱਚੇ ਬਲਬਲੇ ਮਾਤ ਕਰਦਾ ਹੈ।
ਪੁੱਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ, ਵੇ ਬੱਚਾ, ਮੈਂ ਤੇਥੋਂ ਵਾਰੀ, ਮੈਂ ਉਹਨਾਂ ਦੇਸਾਂ ਤੋਂ ਵਾਰੀ, ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚੱਲ ਕੇ ਤੂੰ ਆਇਆ ਹੈ। ਜੇ ਕੋਈ ਸੁੱਕਾ ਫਿਲਾਸਫਰ ਹੁੰਦਾ ਤਾਂ ਉਸ ਵੇਲੇ ਆਪਣੀ ਮਾਂ ਨੂੰ ਕਹਿੰਦਾ, ਜਾ ਭਾਈ ਜੀ, ਇਹਨਾਂ ਤਿਲਾਂ ਵਿੱਚ ਤੇਲ ਨਹੀਂ, ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਭਰਮਾਉਣ ਆਈ ਏ। ਨਹੀਂ, ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਫਿਸ ਪਏ ਅਤੇ ਉਸ ਦੇ ਚਰਨਾਂ ਉੱਤੇ ਡਿੱਗ ਕੇ ਰੋਏ, ਖੂਬ ਰੋਏ। ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ, ਹਜ਼ਾਰ ਫਰਜ਼ ਤੇ ਪਰ ਉਪਕਾਰਾਂ ਦੀ ਜੜ ਨੂੰ ਸਿੰਜਣ ਵਾਲੇ ਸਨ। ਕੀ ਗੁਰੂ ਨਾਨਕ ਸਾਹਿਬ ਦੇ ਦਿਲ ਉੱਤੇ ਬੀਬੀ ਨਾਨਕੀ ਦੇ ਪਿਆਰ ਦਾ ਘੱਟ ਅਸਰ ਸੀ, ਜਿਸ ਨੇ ਬਚਪਨ ਵਿੱਚ ਲੋਰੀਆਂ ਦੇ ਕੇ ਕੁੱਛੜ ਚੁੱਕ ਕੇ ਪਾਲਿਆ ਸੀ ਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਅਤੇ ਖਰੇ ਸੌਦੇ ਕਰਦਿਆਂ ਸਲਾਇਆ ਤੇ ਉਤਸ਼ਾਹਿਆ ਸੀ। ਜੋ ਉਹ ਨਾਨਕ ਸਨ ਤਾਂ ਕਿ ਉਹ ਨਾਨਕੀ ਨਹੀਂ ਸੀ। ਇਸੇ ਤਰ੍ਹਾਂ ਹੀ ਕੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਤੇ ਉਹਨਾਂ ਦੀ ਬੀਬੀ ਖਤੀਜਾ ਦਾ ਅਸਰ ਘੱਟ ਸੀ, ਜਿਸ ਨੇ ਔਖੇ ਤੋਂ ਔਖੇ ਵੇਲੇ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਦੇ ਜੀਵਨ ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿੱਚ ਯਕੀਨ ਕੀਤਾ ਅਤੇ ਸਦਾ ਹੌਸਲਾ ਵਧਾਇਆ। ਹਜ਼ਰਤ ਮੁਹੰਮਦ ਨੂੰ ਰੱਬ ਵੱਲੋਂ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਉਹਨਾਂ ਨੂੰ ਆਰਾਮ ਦੇ ਕੇ ਮੁੜ ਅਸਲੀ ਹਾਲਾਤ ਤੇ ਲਿਆਉਣਾ ਵਾਲੀ ਕੌਣ ਸੀ? ਉਹਨਾਂ ਦੀ ਪਤਨੀ ਖਦੀਜਾ, ਜੋ ਉਹਨਾਂ ਦਾ ਸਿਰ ਆਪਣੇ ਪੱਟਾਂ ਉੱਤੇ ਰੱਖ ਕੇ ਸਭ ਥਕੇਵੇਂ ਦੂਰ ਕਰ ਦਿੰਦੀ ਸੀ। ਜੇ ਕਾਰਲਾਈਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਸੁਭਾਅ ਦਾ ਸੜੀਅਲ ਹੋਣਾ ਕੀ ਕਾਰਨ ਸੀ? ਉਹਦਾ ਵੀ ਇਹੀ ਕਾਰਨ ਸੀ ਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਕਰਦੇ ਸਨ। ਉਹ ਆਪਣੇ ਕਮਰੇ ਵਿੱਚ ਪੜ੍ਹਦੇ ਜਾਂ ਲਿਖਦੇ ਰਹਿੰਦੇ ਸੀ ਤੇ ਉਸ ਦੀ ਵਹੁਟੀ ਵੱਖ ਬਰਾਂਡੇ ਵਿੱਚ ਬੈਠੀ ਆਏ ਗਏ ਨੂੰ ਤਰਾਹਦੀ ਰਹਿੰਦੀ। ਜਦ ਕਦੀ ਉਹ ਹੀਆ ਕਰਕੇ ਉਸ ਦੇ ਕਮਰੇ ਦਾ ਬੂਹਾ ਖੋਲ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਉਸ ਨੂੰ ਤਰਾਹ ਕੇ ਬਾਹਰ ਕੱਢ ਦਿੰਦਾ। ਉਸ ਦਾ ਸਾਰੇ ਸੰਸਾਰ ਨੂੰ ਚੁੱਪ ਦੇ ਮਜ਼ਬੂਨ ਉੱਤੇ ਅਮੁੱਕ ਸਿੱਖਿਆ ਦੇਣ ਦਾ ਕੀ ਲਾਭ, ਜਦ ਉਸ ਦੀ ਆਪਣੀ ਕਲਮ ਚੁੱਪ ਨਹੀਂ ਕਰਦੀ ਅਤੇ ਅਮਹਿਕ ਨਾਈ ਦੀ ਕੈਂਚੀ ਵਾਂਗਰ ਲੁੱਤਰ ਲੁੱਤਰ ਕਰਦੀ ਰਹਿੰਦੀ ਹੈ। ਉਸ ਦੀ ਲੰਮੇ ਲੰਮੇ ਲੇਖ ਲਿਖ ਕੇ ਲੋਕਾਂ ਨੂੰ ਚਾਬਕ ਵਰਗੀ ਤਾੜਨਾ ਕਰਨ ਦਾ ਕੀ ਲਾਭ, ਜੇ ਉਹ ਆਪ ਇੱਕ ਘਰ ਦੀ ਸੁਆਣੀ ਨੂੰ ਆਰਾਮ ਨਹੀਂ ਦੇ ਸਕੇ। ਜੇਕਰ ਅਸੀਂ ਬੱਚਿਓ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕਾਰਨ ਵੀ ਇਹੀ ਆ ਕਿ ਘਰੋਗੀ ਵਸੋਂ ਜਿਹੜੀ ਆ ਉਹ ਘਟ ਗਈ ਆ ਅਤੇ ਬਾਜ਼ਾਰੀ ਰਹਿਣੀ ਬਹਿਣੀ ਦਾ ਵਾਧਾ ਹੋ ਗਿਆ ਹੈ। ਲੋਕੀ ਘਰ ਦੇ ਸਦਾਚਾਰੀ ਅਸਰ ਨੂੰ ਨਾ ਜਾਣਦੇ ਹੋਏ ਬਾਲ ਬੱਚੇ ਤੇ ਤੀਵੀਆਂ ਨਾਲ ਜੀਵਨ ਬਿਤਾਉਣ ਦੀ ਥਾਂ ਕਲੱਬਾਂ ਤੇ ਹੋਟਲਾਂ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ। ਇਸ ਦਾ ਸਿੱਟਾ ਇਹ ਨਿਕਲਦਾ ਰਿਹਾ ਕਿ ਲੋਕਾਂ ਵਿੱਚੋਂ ਉਹ ਘਰੋਗੀ ਜ਼ਿੰਮੇਵਾਰੀ, ਉਹ ਬਰਾਦਰੀ ਵਾਲੀ ਸਰਾਫਤ ਤੇ ਉਹ ਮਿੱਠਤ ਤੇ ਨਿਮਰਤਾ ਵਾਲੇ ਗੁਣ ਘਟ ਗਏ, ਜੋ ਕੇਵਲ ਘਰੋਗੀ ਘਰ ਵਿੱਚ ਰਹਿ ਕੇ ਹੀ ਉਪਜਦੇ ਹਨ। ਇਸਤਰੀ ਤੇ ਬੱਚਿਆਂ ਵਿੱਚ ਕੇਵਲ ਇਤਨੀ ਦਿਲਚਸਪੀ ਦੱਸੀ ਜਾਂਦੀ ਹੈ ਜਿਤਨੀ ਕਿ ਉਹਨਾਂ ਨੂੰ ਘਰ ਤੋਂ ਬਾਹਰ ਲੋਕਾਂ ਦੇ ਸਾਹਮਣੇ ਸ਼ੂੰਕੇ ਬਾਂਕੇ ਬਣ ਕੇ ਵਿਖਾਉਣ ਜੋਗਾ ਬਣਾ ਦੇਵੇ। ਇਹ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਘਰ ਦਾ ਮਾਲਕ ਆਪਣੇ ਘਰ ਦੇ ਬੰਦਿਆਂ ਲਈ ਕੋਈ ਦਿਮਾਗੀ, ਸਦਾਚਾਰਕ ਜਾਂ ਆਤਮਕ ਉੱਨਤੀ ਵਾਲੇ ਸਾਧਨ ਇਕੱਠੇ ਕਰਦਾ ਹੋਵੇ ਜਾਂ ਖੇਡਾਂ, ਪੁਸਤਕਾਂ, ਸਵਾਦੀ ਤਮਾਸ਼ੇ ਜਾਂ ਧਾਰਮਿਕ ਸਿੱਖਿਆ ਦੇ ਸਮਿਆਨ ਵਧਾਉਣ ਦਾ ਯਤਨ ਕਰਦਾ ਹੋਵੇ। ਅਸਲੀ ਜੇ ਧਾਰਮਿਕ ਜੀਵਨ ਦੀ ਗੱਲ ਕਰੀਏ ਤੇ ਉਹਦੀ ਨੀਂਹ ਵੀ ਘਰ ਵਿੱਚ ਹੀ ਵੱਜਦੀ ਹੈ। ਪਰ ਲੋਕਾਂ ਦੀ ਰੁਚੀ ਘਰਾਂ ਵੱਲ ਘੱਟ ਹੋਣ ਕਰਕੇ ਧਾਰਮਿਕ ਰਹਿਣੀ ਵੀ ਇੱਕ ਲੋਕਚਾਰਾ ਬਣ ਗਈ ਹੈ। ਧਰਮ ਘਰਾਂ ਵਿੱਚੋਂ ਨਿਕਲ ਕੇ ਬਾਜ਼ਾਰਾਂ ਵਿੱਚ ਆ ਗਿਆ ਹੈ। ਲੋਕੀ ਧਰਮ ਦੀ ਕਮਾਈ ਬਸ ਇਸੇ ਨੂੰ ਸਮਝੀ ਬੈਠੇ ਹਨ ਕਿ ਦਿਨ ਦਿਹਾੜ ਨੂੰ ਕਿਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ, ਲੈਕਚਰ ਜਾਂ ਅਰਦਾਸ ਨੂੰ ਸੁਣ ਛੱਡਣ। ਘਰ ਵਿੱਚ ਇਸਤਰੀਆਂ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦੇਖੀ ਜਾਂਦੀ ਹੈ। ਪਰ ਅਸਲ ਵਿੱਚ ਧਾਰਮਿਕ ਰੁਚੀ ਕੇਵਲ ਉਸੇ ਆਦਮੀ ਦੇ ਅੰਦਰ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ। ਜਿਹੜੇ ਲੋਕੀ ਘਰੋਗੀ ਜੀਵਨ ਛੱਡ ਕੇ ਕੀ ਬਣ ਜਾਂਦੇ ਨੇ, ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਹਨਾਂ ਲਈ ਉਤਨਾ ਔਖਾ ਹੈ ਜਿਤਨਾ ਕਿ ਉਸ ਕਿਸਾਨ ਲਈ। ਕਿਸ ਕਿਸਾਨ ਲਈ? ਜੋ ਜ਼ਿਮੀ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣਾ ਚਾਹੇ। ਵੱਡੇ ਵੱਡੇ ਮਹਾਂਪੁਰਖ ਅਖਵਾਉਣ ਵਾਲੇ ਜੇ ਗ੍ਰਹਿਸਤ ਤੋਂ ਕੰਨੀ ਕਤਰਾਉਂਦੇ ਸਨ, ਧਾਰਮਿਕ ਜਾਂ ਇਖਲਾਕੀ ਔਕੜ ਪੈਣ ਤੇ ਝਟ ਡਿੱਗ ਜਾਂਦੇ ਸਨ।
ਕਈ ਤਾਂ ਇਸੇ ਡਰ ਤੋਂ ਕਿ ਕਿਧਰੇ ਮਾਇਆ ਵਿੱਚ ਫਸ ਨਾ ਜਾਈਏ, ਜੰਮਦਿਆਂ ਹੀ ਕਰਮ ਮੰਡਲ ਚੁੱਕ ਕੇ ਬਨਵਾਸ ਕਰਨ ਚਲੇ ਜਾਂਦੇ ਸੀ। ਇਹੋ ਜਿਹੀਆਂ ਨੂੰ ਵੀ ਠੀਕ ਰਸਤਾ ਲੱਭਦਾ ਸੀ ਤੇ ਗ੍ਰਸਤੀ ਰਾਜੇ ਜਨਕ ਵਰਗਿਆਂ ਤੋਂ। ਇਸੇ ਲਈ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ। ਸਿੱਖ ਗੁਰੂਆਂ ਨੇ ਕਿਹਦੇ ਉੱਪਰ ਜ਼ੋਰ ਦਿੱਤਾ? ਘਰੋਗੀ ਜੀਵਨ ਉੱਤੇ, ਕਿਉਂਕਿ ਸਦਾਚਾਰ ਬਣਦਾ ਹੀ ਜੀਵਨ ਤੋਂ ਹੈ ਤੇ ਅਸੀਂ ਘਰ ਵਿੱਚ ਰਹਿ ਕੇ ਹੀ ਆਪਣੇ ਅੰਦਰ ਸਦਾਚਾਰਕ ਗੁਣ ਪੈਦਾ ਕਰ ਸਕਦੇ ਹਾਂ। ਜੇ ਅਸੀਂ ਅੱਗੇ ਗੱਲ ਕਰੀਏ ਕਿ ਦੇਸ਼ ਤੇ ਸਮਾਜ ਦਾ ਪਿਆਰ ਜਿਹੜਾ ਵਾ ਉਹ ਕਿੱਥੋਂ ਪੈਦਾ ਹੁੰਦਾ ਵਾ? ਘਰ ਤੋਂ ਹੀ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ। ਕੇਵਲ ਉਹੀ ਲੋਕ ਆਪਣੇ ਮੁਲਕ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰਦੇ, ਜਿਨ੍ਹਾਂ ਦੇ ਘਰਾਂ ਨੂੰ, ਟੱਬਰਾਂ ਨੂੰ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ। ਸੋ ਬੱਚਿਓ, ਅਸੀਂ ਪੂਰਾ ਲੇਖ ਪੜ੍ਹਿਆ। ਅਸੀਂ ਦੇਖਦੇ ਹਾਂ ਕਿ ਘਰ ਤੋਂ ਹੀ ਦੇਸ਼ ਦਾ, ਸਮਾਜ ਦਾ ਪਿਆਰ ਪੈਦਾ ਹੁੰਦਾ ਹੈ। ਘਰ ਵਿੱਚ ਰਹਿ ਕੇ ਜੋ ਅਸੀਂ ਸਿੱਖਿਆ ਗ੍ਰਹਿਣ ਕਰਦੇ ਹਾਂ, ਜੋ ਗੁਣ ਸਾਡੇ ਅੰਦਰ ਪੈਦਾ ਹੁੰਦੇ ਹਨ, ਉਹ ਸਾਨੂੰ ਬਾਹਰੋਂ ਕਿਤੋਂ ਨਹੀਂ ਮਿਲ ਸਕਦੇ। ਘਰ ਇੱਕ ਅਜਿਹੀ ਥਾਂ ਵਾ ਜਿੱਥੇ ਅਸੀਂ ਆਪਣੀ ਸ਼ਖਸੀਅਤ ਦਾ ਵਿਕਾਸ ਕਰ ਸਕਦੇ ਹਾਂ ਤੇ ਫਿਰ ਅਸੀਂ ਬਾਹਰ ਸਮਾਜ ਨੂੰ ਕੋਈ ਨਵੀਂ ਸੋਚ, ਨਵੀਂ ਦੇਣ ਦੇ ਸਕਦੇ ਹਾਂ। ਇਸ ਤਰ੍ਹਾਂ ਘਰ ਦਾ ਲੇਖ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਸਾਨੂੰ ਬਹੁਤ ਹੀ ਵਧੀਆ ਦੱਸਿਆ ਹੈ ਕਿ ਅਸੀਂ ਸੋ ਵਿਦਿਆਰਥੀਓ, ਅਸੀਂ ਇਸ ਸਮੇਂ ਘਰ ਵਿੱਚ ਬੈਠੇ ਹਾਂ ਤੇ ਘਰ ਵਿੱਚ ਹੀ ਰਹਿਣਾ ਹੈ ਤੇ ਘਰ ਵਿੱਚ ਰਹਿ ਕੇ ਅਸੀਂ ਬਹੁਤ ਕੁਝ ਨਵਾਂ ਸਿੱਖਣਾ ਹੈ। ਹਰ ਰੋਜ਼ ਅਸੀਂ ਪੜ੍ਹਨਾ ਹੈ। ਹੁਣ ਅਸੀਂ ਅਭਿਆਸ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਆਏਗੀ ਅਰਥਾਵਲੀ। ਅਰਥ ਆਉਣਗੇ। ਪਹਿਲਾ ਹੈ ਸ਼ਬਦ ਝਮੇਲਿਆਂ। ਝਮੇਲੇ ਕੀ ਹੁੰਦੇ ਆ? ਝਗੜਿਆਂ, ਬਖੇੜਿਆਂ। ਦੂਸਰਾ ਸ਼ਬਦ ਹੈ ਸ਼ਖਸੀ, ਨਿੱਜੀ, ਜਾਤੀ। ਬਿਲਾ ਨਾਗਾ। ਬਿਲਾ ਨਾਗਾ ਕੀ ਆ? ਨਾਗੇ ਤੋਂ ਬਿਨਾ ਹਰ ਰੋਜ਼। ਕਥੱਕੜ, ਕਥਾ ਕਰਨ ਵਾਲੇ। ਨਮਰੂਦ। ਨਮਰੂਦ ਕੌਣ ਆ? ਇੱਕ ਕਾਫਰ ਜਿਸ ਨੇ ਰੱਬ ਹੋਣ ਦਾ ਦਾਅਵਾ ਕੀਤਾ ਸੀ। ਪਰਮਾਰਥ, ਉੱਚ ਮਨੋਰਥ, ਅਲਬੇਲੀ ਤਬੀਅਤ। ਅਗਲਾ ਸ਼ਬਦ ਬੇਪਰਵਾਹ ਸੁਭਾਅ ਵਾਲਾ। ਉਦਰੇਵਾਂ। ਉਦਰੇਵਾਂ ਕੀ ਹੁੰਦਾ ਹੈ? ਉਦਾਸੀ। ਰੋਮਾਂਚ, ਰੋਮਾਂਸ, ਪਿਆਰ। ਬਹਿਬਲ, ਉਤਾਵਲਾ, ਕਾਹਲਾ। ਇਖਲਾਕੀ, ਸਦਾਚਾਰਿਕ ਆਚਰਣ ਨਾਲ ਸੰਬੰਧਿਤ। ਦਿਆਂਤਦਾਰ, ਇਮਾਨਦਾਰ, ਨੇਕ। ਸ਼ਾਈ ਮਾਈ ਹੋ ਜਾਣਾ, ਗਾਇਬ ਹੋ ਜਾਣਾ। ਇਹ ਸਨ ਬੱਚੇ ਅਰਥ। ਹੁਣ ਅਸੀਂ ਕਰਾਂਗੇ ਲੇਖ ਦੇ ਪ੍ਰਸ਼ਨ ਉੱਤਰ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ? ਅਸੀਂ ਲੇਖ ਵਿੱਚ ਪੜ੍ਹਿਆ ਸੀ ਕਿ ਘਰ ਕੀ ਆ? ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਲਦੀਆਂ ਹਨ, ਜਿੱਥੇ ਉਸਨੇ ਮਾਂ, ਭੈਣ ਤੇ ਭਰਾ ਦਾ ਪਿਆਰ ਮਾਣਿਆ ਹੁੰਦਾ ਹੈ। ਘਰ ਮਨੁੱਖ ਦੇ ਨਿੱਜੀ ਬਲਬਲਿਆਂ ਤੇ ਸ਼ਖਸੀ ਰਹਿਣੀ ਬਹਿਣੀ ਦਾ ਕੇਂਦਰ ਹੁੰਦਾ ਹੈ। ਇਹ ਮਨੁੱਖ ਦੀ ਸ਼ਖਸੀਅਤ ਦੀ ਉਸਾਰੀ ਵਿੱਚ ਸਮਾਜਿਕ ਤੇ ਸੰਸਾਰਿਕ ਆਲੇ ਦੁਆਲੇ ਜਿੰਨਾ ਹਿੱਸਾ ਪਾਉਂਦਾ ਹੈ। ਘਰ ਦੇ ਪਿਆਰ ਤੋਂ ਸਖਣੇ ਮਨੁੱਖ ਦਾ ਸੁਭਾਅ ਸੜੀਅਲ ਤੇ ਖਿਝੂ ਹੁੰਦਾ ਹੈ। ਸਾਰੇ ਵਿਦਿਆਰਥੀਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ। ਦੂਸਰਾ ਪ੍ਰਸ਼ਨ ਹੈ, ਘਰ ਮਨੁੱਖ ਦੇ ਨਿੱਜੀ ਬਲਬਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ? ਇਹ ਕਥਨ ਬਿਲਕੁਲ ਠੀਕ ਹੈ ਕਿ ਘਰ ਮਨੁੱਖ ਦੇ ਨਿੱਜੀ ਬਲਬਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ, ਜਿੱਥੇ ਉਸਦੇ ਆਚਰਣ ਨੂੰ ਬਣਾਉਣ ਵਿੱਚ ਸਮਾਜ ਆਲਾ ਦੁਆਲਾ ਪ੍ਰਭਾਵ ਪਾਉਂਦਾ ਹੈ, ਕੰਮ ਕਰਦਾ ਹੈ। ਉੱਥੇ ਘਰ ਦੀ ਚਾਰ ਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ, ਜੋ ਵੀ ਘਰ ਦੇ ਅੰਦਰ ਹਾਲਾਤ ਹੁੰਦੇ ਹਨ, ਉਹ ਘੱਟ ਅਸਰ ਨਹੀਂ ਕਰਦੇ। ਉਸ ਦੀਆਂ ਰੁਚੀਆਂ, ਸੁਭਾਅ ਇਸੇ ਸਾਂਚੇ ਵਿੱਚ ਹੀ ਢਲਦੇ ਹਨ। ਜਿਵੇਂ ਦਾ ਘਰ ਦਾ ਮਾਹੌਲ ਬੱਚੇ ਨੂੰ ਮਿਲਦਾ ਹੈ, ਉਵੇਂ ਦਾ ਹੀ ਉਹ ਬਣ ਜਾਂਦਾ ਹੈ।
ਘਰ ਦੇ ਪਿਆਰ ਤੋਂ ਸਖਣੇ ਮਨੁੱਖ ਕਿਵੇਂ ਦੇ ਹੁੰਦੇ ਆ? ਕੋਝੇ, ਸੜੀਅਲ ਅਤੇ ਖਿਜੂ ਹੁੰਦੇ ਹਨ, ਜਦ ਕਿ ਘਰ ਵਿਚਲਾ ਸੰਬੰਧੀਆਂ ਦਾ ਪਿਆਰ ਮਨੁੱਖ ਵਿੱਚ ਪਿਆਰ, ਹਮਦਰਦੀ, ਨਿਮਰਤਾ, ਕੁਰਬਾਨੀ ਤੇ ਸੇਵਾ ਦੇ ਗੁਣ ਪੈਦਾ ਕਰਦਾ ਵਾ ਤੇ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਂਦਾ ਹੈ। ਜਿਵੇਂ ਹੁਣ ਦੇ ਸਮੇਂ ਵਿੱਚ ਅਸੀਂ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਰਹਿਣਾ ਵਾ, ਅਸੀਂ ਘਰ ਦੇ ਚਾਰ ਦੀਵਾਰੀ ਦੇ ਅੰਦਰ ਹੀ ਰਹਿ ਕੇ ਆਪਣੇ ਸਾਰੇ ਕੰਮ ਕਰਨੇ ਹਨ। ਪ੍ਰਸ਼ਨ ਨੰਬਰ 3, ਘਰ ਦਾ ਪਿਆਰ। ਲੇਖ ਵਿੱਚ ਲੇਖਕ ਨੇ ਇੱਕ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਚਿਤਰਿਆ ਹੈ? ਲੇਖਕ ਦੱਸਦਾ ਹੈ ਕਿ ਉਸ ਦੇ ਜਾਣਕਾਰ ਬਿਰਧ ਬੀਬੀ ਜੀ ਨੇਕੀ, ਉਪਕਾਰ ਤੇ ਹਮਦਰਦੀ ਦੇ ਪੁਤਲੇ ਹਨ। ਨਿਤਨੇਮ ਨਾਲ ਗੁਰਦੁਆਰੇ ਜਾਂਦੇ ਹਨ। ਬੱਚਿਆਂ ਨੂੰ ਦੇਖ ਕੇ ਤਾਂ ਬੱਚੇ ਹੀ ਬਣ ਜਾਂਦੇ ਹਨ, ਪਰ ਉਹਨਾਂ ਦਾ ਸੁਭਾਅ ਬਹੁਤ ਖਰਵਾ ਹੈ। ਨਿੱਕੀ ਨਿੱਕੀ ਗੱਲ ਉੱਤੇ ਖਿਝ ਜਾਂਦੇ ਹਨ ਤੇ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਹਨਾਂ ਦੇ ਸੁਭਾਅ ਦੀ ਨਰਮੀ ਤੇ ਕੋਮਲਤਾ ਉਹਨਾਂ ਦੇ ਗੁੱਸੇ ਹੇਠ ਛਿਪ ਜਾਂਦੇ ਹਨ। ਉਹਨਾਂ ਦੇ ਇਸ ਝੱਲਪੁਣੇ ਦਾ ਕਾਰਨ ਉਹਨਾਂ ਦੇ ਜੀਵਨ ਵਿੱਚ ਘਰ ਦੇ ਪਿਆਰ ਦੀ ਕਮੀ ਹੈ। ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਤੇ ਝੋਲੀ ਧੀਆਂ ਪੁੱਤਰਾਂ ਤੋਂ ਖਾਲੀ ਰਹੀ। ਘਰ ਦਾ ਪਿਆਰ ਕਿੱਥੋਂ ਮਿਲਦਾ, ਜਿਸ ਕਰਕੇ ਉਸ ਬੀਬੀ ਦਾ ਸੁਭਾਅ ਜਿਹੜਾ ਵਾ ਸੜੀਅਲ ਸੀ। ਬੱਚਿਓ, ਪ੍ਰਸ਼ਨ ਨੰਬਰ 4, ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ? ਘਰ ਦਾ ਪਿਆਰ ਮਹਾਨ ਵਿਅਕਤੀਆਂ ਦੇ ਜੀਵਨ ਵਿੱਚ ਵੀ ਓਨਾ ਹੀ ਮਹੱਤਵਪੂਰਨ ਹੁੰਦਾ ਹੈ ਜਿੰਨਾ ਆਮ ਮਨੁੱਖਾਂ ਦੇ ਜੀਵਨ ਵਿੱਚ। ਇਸ ਵਿੱਚੋਂ ਲੰਘਣ ਨਾਲ ਖਿਆਲਾਂ, ਵਲਵਲਿਆਂ ਅਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ ਤੇ ਹੁੰਦੀ ਹੈ। ਆਮ ਮਨੁੱਖ ਨੂੰ ਬਚਪਨ ਦਾ ਦੌਰ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ, ਪਰੰਤੂ ਜਿਨ੍ਹਾਂ ਨੇ ਮਹਾਨ ਕੰਮ ਕਰਨੇ ਹੁੰਦੇ ਹਨ, ਉਹਨਾਂ ਲਈ ਘਰ ਦਾ ਪਿਆਰ, ਮਾਪਿਆਂ ਦਾ ਉਦਰੇਵਾਂ ਤੇ ਰੁਸੇਵਾਂ, ਭੈਣਾਂ ਦਾ ਥਾਂ-ਥਾਂ ਵੀਰ ਨੂੰ ਬਚਾਉਣਾ ਇੱਕ ਅਜਿਹਾ ਚੌਗਿਰਦਾ ਤਿਆਰ ਕਰਦਾ ਹੈ ਜਿਸ ਤੋਂ ਉਹਨਾਂ ਦੇ ਬਲਬਲੇ ਉੱਚੇ ਸਾਈਂ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ, ਜਿਸ ਤੋਂ ਸਿੱਕਾਂ ਤੇ ਕੁਰਬਾਨੀਆਂ ਕਰਨ ਦੀ ਜਾਂਚ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਤੇ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਵੀ ਘਰ ਦੇ ਪਿਆਰ ਦਾ ਪ੍ਰਤੱਖ ਅਸਰ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੀ ਭੈਣ ਉਹਨਾਂ ਨੂੰ ਹਮੇਸ਼ਾ ਹੀ ਹਰ ਗੱਲ ਤੋਂ ਬਚਾਉਂਦੀ ਸੀ। ਇਸੇ ਤਰ੍ਹਾਂ ਹੀ ਹਜ਼ਰਤ ਮੁਹੰਮਦ ਦੀ ਬੀਵੀ ਉਹਨਾਂ ਦਾ ਹਰ ਕੰਮ ਦੇ ਵਿੱਚ ਸਾਥ ਦਿੰਦੀ ਸੀ। ਸੋ ਬੱਚਿਓ, ਪ੍ਰਸ਼ਨ ਨੰਬਰ 5, ਲੇਖਕ ਨੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਨਾਲ ਮਿਲਾਪ ਦਾ ਦ੍ਰਿਸ਼ ਕਿਹੋ ਜਿਹਾ ਪੇਸ਼ ਕੀਤਾ ਹੈ? ਗੁਰੂ ਨਾਨਕ ਦੇਵ ਜੀ ਜਦੋਂ ਪ੍ਰਦੇਸ਼ ਤੋਂ ਯਾਤਰਾ ਕਰਨ ਮਗਰੋਂ ਵਾਪਸ ਕਿੱਥੇ ਆਉਂਦੇ ਨੇ? ਤਲਵੰਡੀ। ਪਰ ਉਹ ਘਰ ਜਾਣ ਦੀ ਥਾਂ ਪਿੰਡੋਂ ਬਾਹਰ ਕਿੱਥੇ ਬੈਠ ਜਾਂਦੇ ਨੇ? ਇੱਕ ਖੂਹ ਉੱਤੇ। ਮਰਦਾਨਾ ਮਾਤਾ ਤ੍ਰਿਪਤਾ ਕੋਲ ਪੁੱਜਾ ਤੇ ਘਰ ਦਾ ਹਾਲ ਚਾਲ ਪੁੱਛ ਕੇ ਵਾਪਸ ਮੁੜ ਪਿਆ। ਇਸ ਸਮੇਂ ਮਾਤਾ ਜੀ ਵੀ ਉਸਦੇ ਮਗਰ ਮਗਰ ਜਾਂਦੇ ਨੇ। ਕਿੱਥੇ ਜਾਂਦੇ ਨੇ? ਜਿੱਥੇ ਗੁਰੂ ਜੀ ਖੂਹ ਉੱਤੇ ਬੈਠੇ ਸਨ। ਉਹ ਪੁੱਤਰ ਨੂੰ ਦੇਖ ਕੇ ਬਹਿਬਲ ਹੋ ਗਈ ਤੇ ਉਸ ਵੇਲੇ ਉਸਦੇ ਮੂੰਹੋਂ ਜੋ ਮਮਤਾ ਭਰੇ ਸ਼ਬਦ ਨਿਕਲੇ, ਉਹ ਇਸ ਦ੍ਰਿਸ਼ ਨੂੰ ਬੜਾ ਕਰੁਣਾਮਈ ਤੇ ਰੋਮਾਂਚਕਾਰੀ ਬਣਾ ਦਿੰਦੇ ਹਨ। ਮਾਂ ਦਾ ਤੇ ਪੁੱਤ ਦਾ ਮਿਲਾਪ ਕਿਵੇਂ ਦਾ ਹੁੰਦਾ ਵਾ, ਅਸੀਂ ਲੇਖ ਦੇ ਵਿੱਚ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਕਿਵੇਂ ਦੋਨੇ ਇਮੋਸ਼ਨਲ ਹੋ ਜਾਂਦੇ ਨੇ। ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ, ਪ੍ਰਸ਼ਨ ਨੰਬਰ 6, ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਬੀ ਖਦੀਜਾ ਕਿਵੇਂ ਵਿਚਰਦੀ ਸੀ? ਆਪਣੇ ਸ਼ਬਦਾਂ ਵਿੱਚ ਲਿਖੋ। ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਬੀਵੀ ਖਦੀਜਾ ਨੇ ਔਖੇ ਤੋਂ ਔਖੇ ਵੇਲੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਦੇ ਜੀਵਨ ਆਦਰਸ਼ ਨੂੰ ਪਹਿਲਾਂ ਸਮਝ ਕੇ ਉਸ ਵਿੱਚ ਯਕੀਨ ਕਰਦਿਆਂ ਉਹਨਾਂ ਦਾ ਹੌਸਲਾ ਵਧਾਇਆ। ਜਦੋਂ ਮੁਹੰਮਦ ਸਾਹਿਬ ਨੂੰ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਬੀਬੀ ਖਦੀਜਾ ਉਹਨਾਂ ਨੂੰ ਪਿਆਰ ਨਾਲ ਆਰਾਮ ਦੇ ਕੇ ਉਹਨਾਂ ਦੇ ਥਕੇਵੇਂ ਨੂੰ ਦੂਰ ਕਰ ਦਿੰਦੀ ਸੀ। ਸੋ ਬੱਚਿਓ, ਪ੍ਰਸ਼ਨ ਨੰਬਰ 7, ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਤੇ ਕਿਉਂ? ਕਾਰਲਾਈਲ ਦਾ ਅਸਲ ਵਿੱਚ ਆਪਣੇ ਕਮਰੇ ਵਿੱਚ ਪੜ੍ਹਦਾ ਰਹਿੰਦਾ ਜਾਂ ਲਿਖਦਾ ਰਹਿੰਦਾ ਸੀ ਅਤੇ ਉਸ ਦੀ ਪਤਨੀ ਨਾਲ ਦੇ ਕਮਰੇ ਵਿੱਚ ਵੱਖ ਬੈਠੀ ਆਏ ਗਏ ਨਾਲ ਗੁੱਸੇ ਵਿੱਚ ਬੋਲਦੀ ਰਹਿੰਦੀ। ਜਦੋਂ ਕਦੀ ਉਹ ਹੌਸਲਾ ਕਰਕੇ ਪਤੀ ਦਾ ਬੂਹਾ ਖੋਲ ਕੇ ਅੰਦਰ ਜਾਂਦੀ ਜਾਂ ਝਾਕਦੀ ਜਾਂ ਦੇਖਦੀ ਤਾਂ ਉਹ ਖਿਝ ਕੇ ਉਸ ਨੂੰ ਖਾਣ ਨੂੰ ਪੈਂਦਾ, ਅੰਦਰੋਂ ਬਾਹਰ ਕੱਢ ਦਿੰਦਾ। ਇਸ ਦਾ ਕਾਰਨ ਉਸ ਦਾ ਆਪਣੀ ਪਤਨੀ ਨੂੰ ਪਿਆਰ ਨਾ ਕਰਨਾ ਸੀ। ਜੇਕਰ ਉਹ ਉਸ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਸੜੂ ਤੇ ਖਿਜੂ ਨਾ ਹੁੰਦੀ, ਕਿਉਂਕਿ ਹਰ ਇਨਸਾਨ ਜਿਹੜਾ ਵਾ ਉਹਦੇ ਅੰਦਰ ਕਾਹਦੀ ਭੁੱਖ ਹੁੰਦੀ ਹੈ? ਪਿਆਰ ਦੀ।
ਤੇ ਹਰ ਇਨਸਾਨ ਪਿਆਰ ਦਾ ਹੀ ਭੁੱਖਾ ਹੁੰਦਾ ਹੈ। ਪ੍ਰਸ਼ਨ ਨੰਬਰ 8, ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ। ਦਲੀਲਾਂ ਦੇ ਕੇ ਸਿੱਧ ਕਰੋ। ਬਿਲਕੁਲ ਸਹੀ ਅਸੀਂ ਉੱਤਰ ਦੇਵਾਂਗੇ। ਇਹ ਵਿਚਾਰ ਬਿਲਕੁਲ ਠੀਕ ਹੈ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦੇ ਪਿਆਰ ਪੈਦਾ ਹੁੰਦਾ ਹੈ। ਜਿਹੜਾ ਮਨੁੱਖ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ, ਪਤਨੀ ਤੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ, ਉਸ ਵਿੱਚ ਸਮਾਜ ਅਤੇ ਦੇਸ਼ ਦਾ ਪਿਆਰ ਵੀ ਪੈਦਾ ਨਹੀਂ ਹੋ ਸਕਦਾ। ਅਸਲ ਵਿੱਚ ਸਾਡੇ ਘਰ ਵਿੱਚ ਵਸਦਾ ਪਰਿਵਾਰ, ਸਮਾਜ ਅਤੇ ਦੇਸ਼ ਦੀ ਇੱਕ ਇਕਾਈ ਹੁੰਦਾ ਹੈ। ਇਸ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ। ਪ੍ਰਸ਼ਨ ਨੰਬਰ 9, ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ? ਲੇਖਕ ਕੀ ਪੁੱਛਦਾ, ਪ੍ਰਸ਼ਨ ਸਾਨੂੰ ਕੀ ਦਿੱਤਾ ਕਿ ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ। ਮੇਰੇ ਖਿਆਲਾਂ ਬੱਚਿਓ ਤੁਸੀਂ ਪੂਰੇ ਧਿਆਨ ਨਾਲ ਸੁਣਦੇ ਹੋਵੋਗੇ ਤੇ ਪੂਰੇ ਧਿਆਨ ਦੇ ਨਾਲ ਪ੍ਰਸ਼ਨਾਂ ਨੂੰ ਨੋਟ ਵੀ ਕਰੀ ਜਾਣਾ ਨਾਲੋਂ ਨਾਲ ਹੀ। ਉੱਤਰ, ਲੇਖਕ ਦਾ ਵਿਚਾਰ ਹੈ ਅਸਲ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਅੱਜ ਲੋਕਾਂ ਦੀ ਰੁਚੀ ਘਰਾਂ ਵਿੱਚ ਘੱਟ ਹੋਣ ਕਰਕੇ ਲੋਕ ਘਰਾਂ ਵਿੱਚ ਘੱਟ ਰਹਿਣਾ ਪਸੰਦ ਕਰਦੇ ਨੇ। ਧਾਰਮਿਕ ਰਹਿਣੀ ਦੀ ਲੋਕਾਚਾਰ ਹੀ ਬਣ ਕੇ ਰਹਿ ਗਈ ਹੈ। ਲੋਕੀ ਬਸ ਇਹੀ ਸਮਝੀ ਬੈਠੇ ਹਨ ਕਿ ਦਿਨ ਦਿਹਾੜ ਨੂੰ ਕਿਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ, ਲੈਕਚਰ ਜਾਂ ਅਰਦਾਸ ਸੁਣ ਛੱਡਣੀ ਧਾਰਮਿਕ ਜੀਵਨ ਹੈ। ਘਰ ਵਿੱਚ ਰਹਿ ਕੇ ਹੀ ਪਰਿਵਾਰ ਦੇ ਨਾਲ ਬੈਠ ਕੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਤੇ ਇਕੱਠੇ ਹੀ ਅਰਦਾਸ ਕਰਨੀ ਚਾਹੀਦੀ ਹੈ। ਘਰ ਵਿੱਚ ਪਤਨੀ ਤੇ ਬੱਚਿਆਂ ਨਾਲ ਰਲ ਕੇ ਪਾਠ ਕਰੋ, ਅਰਦਾਸ ਕਰੋ। ਪਰ ਅਸਲ ਧਾਰਮਿਕ ਰੁਚੀਆਂ ਉਸੇ ਮਨੁੱਖ ਵਿੱਚ ਹੀ ਪੈਦਾ ਹੋ ਸਕਦੀਆਂ ਹਨ। ਕਿਸ ਮਨੁੱਖ ਵਿੱਚ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਹੈ। ਇਸ ਤਰ੍ਹਾਂ ਮਨੁੱਖ ਦੀਆਂ ਧਾਰਮਿਕ ਰੁਚੀਆਂ ਘਰ ਵਿੱਚ ਹੀ ਬਲਵਾਨ ਹੁੰਦੀਆਂ ਹਨ। ਸੋ ਬੱਚਿਓ, ਪ੍ਰਸ਼ਨ ਨੰਬਰ 10, ਘਰ ਘਟ ਰਹੇ ਅਤੇ ਹੋਟਲ ਵੱਧ ਰਹੇ ਹਨ। ਘਰ ਘਟ ਰਹੇ ਹਨ, ਹੋਟਲ ਵੱਧ ਰਹੇ ਹਨ। ਲੇਖਕ ਅਨੁਸਾਰ ਇਸ ਦਾ ਸਦਾਚਾਰੀ ਜੀਵਨ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ? ਲੇਖਕ ਅਨੁਸਾਰ ਲੇਖਕ ਦੱਸਦਾ ਹੈ ਕਿ ਅੱਜ ਕੱਲ੍ਹ ਲੋਕਾਂ ਵਿੱਚ ਘਰੋਗੀ ਜੀਵਨ ਨੂੰ ਛੱਡ ਕੇ ਬਜ਼ਾਰੀ ਰਹਿਣੀ ਬਹਿਣੀ ਵੱਧ ਰਹੀ ਹੈ। ਲੋਕ ਘਰਾਂ ਦੇ ਸਦਾਚਾਰੀ ਪ੍ਰਭਾਵ ਨੂੰ ਭੁੱਲ ਕੇ ਪਤਨੀ ਤੇ ਬਾਲ ਬੱਚੇ ਨਾਲ ਜੀਵਨ ਗੁਜ਼ਾਰਨ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਨ ਲੱਗ ਗਏ ਹਨ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚੋਂ ਘਰੋਗੀ ਜ਼ਿੰਮੇਵਾਰੀ, ਬਰਾਦਰੀ ਵਾਲੀ ਸਰਾਫਤ, ਮਿੱਠਤ ਅਤੇ ਨਿਮਰਤਾ ਵਰਗੇ ਸਦਾਚਾਰਕ ਗੁਣ ਘਟ ਰਹੇ ਹਨ। ਇਹ ਸੀ ਸਾਡਾ ਪ੍ਰਸ਼ਨ ਨੰਬਰ 10। ਅੱਗੇ ਸਾਡਾ ਪ੍ਰਸ਼ਨ ਨੰਬਰ 11, ਲੇਖਕ ਨੇ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿਹੋ ਜਿਹਾ ਚਿਤਰਿਆ ਹੈ? ਬਿਆਨ ਕਰੋ। ਉੱਤਰ, ਲੇਖਕ ਦੱਸਦਾ ਹੈ ਕਿ ਜਦੋਂ ਉਹ ਰਾਵਲਪਿੰਡੀ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਉਹ ਹਰ ਹਫ਼ਤੇ ਐਤਵਾਰ ਨੂੰ ਪਿੰਡ ਜਾਂਦਾ ਹੁੰਦਾ ਸੀ। ਕਦੋਂ ਜਾਂਦਾ ਸੀਗਾ? ਹਰ ਹਫ਼ਤੇ ਐਤਵਾਰ ਵਾਲੇ ਦਿਨ ਆਪਣੇ ਪਿੰਡ ਜਾਂਦਾ ਸੀ। ਜਦੋਂ ਉਹ ਰਸਤੇ ਵਿੱਚ ਚੀਰਪੜਾ ਤੋਂ ਲੰਘ ਕੇ ਤਰੱਪਿਆਂ ਕੋਲ ਪੁੱਜਦਾ ਸੀ ਤਾਂ ਉਹ ਟਿੱਬੇ ਦੇ ਓਹਲੇ ਵਸੇ ਆਪਣੇ ਪਿੰਡ ਦੀ ਪਿਆਰੀ ਝਾਕੀ ਅੱਖਾਂ ਸਾਹਮਣੇ ਆਉਣ ਤੋਂ ਪਹਿਲਾਂ ਟਿੱਬੇ ਕੋਲ ਠਹਿਰ ਜਾਂਦਾ ਸੀ ਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਵੱਲ ਝਾਕਣ ਦਾ ਹੌਸਲਾ ਕਰਦਾ ਸੀ। ਮੁੜਦੀ ਵਾਰੀ ਉਹ ਫਿਰ ਪਿੰਡ ਦੇ ਅੱਖਾਂ ਤੋਂ ਓਹਲੇ ਹੋਣ ਤੋਂ ਪਹਿਲਾਂ ਉਸਨੂੰ ਮੁੜ-ਮੁੜ ਦੇਖਦਾ ਸੀ ਤੇ ਕਈ ਵਾਰੀ ਉਹ ਓਹਲੇ ਹੋ ਜਾਣ ਮਗਰੋਂ ਕੁਝ ਕਦਮ ਮੁੜ ਕੇ ਫਿਰ ਪਿੰਡ ਨੂੰ ਦੇਖਦਾ ਸੀ। ਸੋ ਵਿਦਿਆਰਥੀਓ, ਇਹ ਸਨ ਸਾਡੇ ਸੰਖੇਪ ਪ੍ਰਸ਼ਨ ਉੱਤਰ। ਹੁਣ ਅਸੀਂ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲੇ ਹੈ, ਘਰ ਦਾ ਪਿਆਰ ਲੇਖ ਕਿਸ ਦੀ ਰਚਨਾ ਹੈ? ਸਾਨੂੰ ਪਤਾ ਹੀ ਹੈ ਕਿ ਘਰ ਦਾ ਪਿਆਰ ਲੇਖ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਹੈ। ਪ੍ਰਸ਼ਨ ਨੰਬਰ 2, ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖ ਦਾ ਨਾਂ ਲਿਖੋ। ਕਿਹੜਾ ਲੇਖ ਹੋਣਾ ਦਾ? ਘਰ ਦਾ ਪਿਆਰ। ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਲੇਖ ਵਿੱਚ ਕਿਸ ਦੀ ਮਹਾਨਤਾ ਦਰਸਾਈ ਹੈ? ਤੇ ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ ਕਾਹਦੀ ਮਹਾਨਤਾ ਦਰਸਾਈ ਹੈ? ਘਰ ਦਾ ਪਿਆਰ।
ਮਨੁੱਖ ਦੇ ਪਿਆਰ ਦੀਆਂ ਸਦਰਾਂ ਕਿੱਥੇ ਪਲਦੀਆਂ ਹਨ? ਕਿੱਥੇ ਪਲਦੀਆਂ ਹਨ? ਘਰ ਵਿੱਚ। ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਕਿੱਥੇ ਮੁੜ ਆਉਣ ਨੂੰ ਜੀ ਕਰਦਾ ਹੈ? ਘਰ ਵਿੱਚ। ਮਨੁੱਖ ਦੇ ਆਚਰਣ ਦੀ ਉਸਾਰੀ ਵਿੱਚ ਸਮਾਜਿਕ ਤੇ ਮੁਲਕੀ ਆਲੇ ਦੁਆਲੇ ਤੋਂ ਇਲਾਵਾ ਹੋਰ ਕਿਸ ਦਾ ਅਸਰ ਹੁੰਦਾ ਹੈ? ਸਾਨੂੰ ਪਤਾ ਕਿਹਦਾ ਅਸਰ ਹੁੰਦਾ? ਘਰ ਦਾ। ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਮਨੁੱਖ ਦੇ ਸੁਭਾਅ ਤੇ ਰੁਚੀਆਂ ਦਾ ਸਾਂਚਾ ਕਿਹੜੀ ਥਾਂ ਹੈ? ਘਰ। ਤੇ ਜਿਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ, ਉਹਨਾਂ ਦੇ ਸੁਭਾਅ ਕਿਹੋ ਜਿਹੇ ਹੁੰਦੇ ਹਨ? ਖਿਜੂ ਤੇ ਸੜੀਅਲ। ਬਿਰਧ ਬੀਬੀ ਦੇ ਸੁਭਾਅ ਦੀ ਨਰਮੀ ਤੇ ਹਮਦਰਦੀ ਕਾਹਦੇ ਪਰਦੇ ਹੇਠ ਛਿਪ ਜਾਂਦੀ ਹੈ? ਗੁੱਸੇ ਦੇ। ਕਾਹਦੇ ਪਿੱਛੇ ਛਿਪ ਜਾਂਦੀ ਹੈ? ਗੁੱਸੇ ਦੇ। ਘਰ ਦੇ ਪਿਆਰ ਤੋਂ ਸਖਣੇ ਉਪਦੇਸ਼ਕ ਤੇ ਲਿਖਾਰੀ ਮਹਾਂਪੁਰਖਾਂ ਦੇ ਜੀਵਨ ਨੂੰ ਕਿਹੋ ਜਿਹਾ ਦੱਸਦੇ ਹਨ? ਘਰੋਗੀ ਪਿਆਰ ਤੋਂ ਕੋਰੇ। ਆਮ ਮਨੁੱਖਾਂ ਤੇ ਮਹਾਂਪੁਰਖਾਂ ਦੀ ਬਣਤਰ ਲਈ ਕਿਹੜੀ ਚੀਜ਼ ਇੱਕੋ ਜਿਹੀ ਜ਼ਰੂਰੀ ਹੈ? ਘਰ ਦਾ ਪਿਆਰ। ਲਿਖਾਰੀਆਂ ਨੇ ਈਸਾ ਮਸੀਹ ਦਾ ਜੀਵਨ ਕਿਹੜੇ ਪੜਾਅ ਦਾ ਜ਼ਿਕਰ ਕੀਤੇ ਬਗੈਰ ਲਿਖਿਆ ਹੈ? ਬਚਪਨ ਦਾ। ਬੱਚਿਓ, ਬਚਪਨ ਤਾਂ ਹਰ ਇੱਕ ਤੇ ਆਉਂਦਾ ਹੈ। ਲੇਖਕ ਨੂੰ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚੋਂ ਗੁਰੂ ਜੀ ਦੇ ਮਾਤਾ ਜੀ ਨਾਲ ਮੇਲ ਦਾ ਨਜ਼ਾਰਾ ਕਿਹੋ ਜਿਹਾ ਲੱਗਾ? ਸਭ ਤੋਂ ਕਰੁਣਾਮਈ। ਪਰਦੇਸ ਯਾਤਰਾ ਤੋਂ ਪਰਦੇ ਹੋਏ ਗੁਰੂ ਨਾਨਕ ਸਾਹਿਬ ਪਿੰਡੋਂ ਬਾਹਰ ਕਿੱਥੇ ਬਹਿ ਜਾਂਦੇ ਹਨ? ਸਾਨੂੰ ਪਤਾ ਹੈ, ਅਸੀਂ ਲੇਖ ਪੂਰਾ ਪੜਿਆ। ਖੂਹ ਉੱਪਰ। ਕਿੱਥੇ ਬੈਠ ਜਾਂਦੇ ਨੇ? ਇੱਕ ਖੂਹ ਉੱਤੇ। ਗੁਰੂ ਨਾਨਕ ਦੇਵ ਜੀ ਘਰ ਵਾਲਿਆਂ ਦੀ ਖਬਰ ਸੁਰਤ ਲੈਣ ਲਈ ਪਿੰਡ ਵੱਲ ਕਿਸ ਨੂੰ ਭੇਜਦੇ ਹਨ? ਮਰਦਾਨੇ ਨੂੰ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਕੀ ਸੀ? ਤ੍ਰਿਪਤਾ ਜੀ। ਮਾਤਾ ਤ੍ਰਿਪਤਾ ਆਪਣੇ ਪੁੱਤਰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਸਮੇਂ ਕਿਹੋ ਜਿਹੇ ਸ਼ਬਦ ਬੋਲਦੀ ਹੈ? ਮਮਤਾ ਭਰੇ। ਕਿਹੋ ਜਿਹੇ? ਮਮਤਾ ਭਰੇ। ਜਦੋਂ ਗੁਰੂ ਨਾਨਕ ਦੇਵ ਜੀ ਮਾਤਾ ਜੀ ਨੂੰ ਮਿਲੇ ਤਾਂ ਉਹਨਾਂ ਦਾ ਕੀ ਹਾਲ ਸੀ? ਉਹ ਰੋ ਪਏ। ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ। ਹਜ਼ਾਰ ਫਰਜ਼ ਤੇ ਪਰ ਉਪਕਾਰਾਂ ਨੂੰ ਸਿੰਜਣ ਵਾਲੇ ਸਨ। ਕਿਸ ਦੇ ਅਥਰੂਆਂ ਦਾ ਜ਼ਿਕਰ ਹੈ? ਗੁਰੂ ਨਾਨਕ ਦੇਵ ਜੀ ਦੇ। ਕਿਸ ਨੇ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਸੀ? ਹਾਂਜੀ ਪਿਆਰੇ ਵਿਦਿਆਰਥੀਓ, ਕਿਸ ਨੇ ਬਚਾਇਆ ਸੀ? ਭੈਣ ਬੀਬੀ ਨਾਨਕੀ ਨੇ। ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਤੇ ਕਿਸ ਦਾ ਅਸਰ ਮਹੱਤਵਪੂਰਨ ਸੀ? ਬੀਬੀ ਖਦੀਜਾ ਦਾ। ਕੌਣ ਹਜ਼ਰਤ ਮੁਹੰਮਦ ਸਾਹਿਬ ਦਾ ਥਕੇਵਾਂ ਦੂਰ ਕਰਦਾ ਸੀ? ਉਹਨਾਂ ਦੀ ਪਤਨੀ ਬੀਬੀ ਖਦੀਜਾ। ਕਾਰਲਾਈਲ ਦਾ ਸੁਭਾਅ ਕਿਹੋ ਜਿਹਾ ਸੀ? ਖਿਜੂ ਤੇ ਸੜੀਅਲ। ਘਰੋਗੀ ਵਸੋਂ ਦੇ ਘਾਟੇ ਤੇ ਬਾਜ਼ਾਰੀ ਰਹਿਣੀ ਬਹਿਣੀ ਦੇ ਵਾਧੇ ਨਾਲ ਕੀ ਹੋਇਆ ਹੈ? ਦੁਰਾਚਾਰੀ ਵਿੱਚ ਵਾਧਾ ਹੋਇਆ ਹੈ। ਲੋਕ ਬਾਲ ਬੱਚੇ ਤੇ ਤੀਵੀਂ ਨਾਲ ਜੀਵਨ ਬਿਤਾਉਣ ਦੀ ਥਾਂ ਕਿੱਥੇ ਜਾਂਦੇ ਹਨ? ਹੋਟਲਾਂ ਤੇ ਕਲੱਬਾਂ ਵਿੱਚ। ਘਰੋਗੀ ਜ਼ਿੰਮੇਵਾਰੀ, ਬਰਾਦੀ ਵਾਲੀ ਸਰਾਫਤ, ਮਿੱਠਤ ਤੇ ਨਿਮਰਤਾ ਵਾਲੇ ਗੁਣ ਕਿੱਥੇ ਉਪਜਦੇ ਹਨ? ਘਰੋਗੀ ਆਚਰਣ ਵਿੱਚ। ਕਿੱਥੇ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਘਰੋਗੀ ਗੁਣ, ਲਜ਼ਾ, ਹਮਦਰਦੀ, ਬਰਾਦਰੀ ਦਾ ਸਨਮਾਨ ਆਦਿ ਗੁਣ ਪੈਦਾ ਨਹੀਂ ਹੋ ਸਕਦੇ? ਬੋਰਡਿੰਗਾਂ ਵਿੱਚ। ਹਾਂਜੀ ਬੱਚਿਓ, ਅਸਲੀ ਧਾਰਮਿਕ ਜੀਵਨ ਦੀ ਨੀਂਹ ਕਿੱਥੋਂ ਦੀ ਰਹਿਣੀ ਬਹਿਣੀ ਵਿੱਚ ਰੱਖੀ ਜਾ ਸਕਦੀ ਹੈ? ਘਰ ਦੀ। ਲੇਖਕ ਅਨੁਸਾਰ ਧਰਮ ਕਿੱਥੋਂ ਨਿਕਲ ਕੇ ਕਿੱਥੇ ਆ ਗਿਆ ਹੈ? ਬਾਜ਼ਾਰਾਂ ਵਿੱਚ। ਘਰੋਗੀ ਜੀਵਨ ਉੱਤੇ ਕਿਹਨਾਂ ਨੇ ਜ਼ੋਰ ਦਿੱਤਾ ਹੈ? ਸਿੱਖ ਗੁਰੂਆਂ ਨੇ। ਪਿਆਰ, ਹਮਦਰਦੀ, ਕੁਰਬਾਨੀ ਤੇ ਸੇਵਾ ਆਦਿ ਗੁਣ ਕਿੱਥੇ ਸਿੱਖੇ ਜਾ ਸਕਦੇ ਹਨ? ਘਰ ਵਿੱਚ। ਲੇਖਕ ਨੂੰ ਆਪਣਾ ਪਿੰਡ ਅਡਿਆਲਾ ਕਿੰਨਾ ਪਿਆਰਾ ਹੈ? ਜਿੰਨਾ ਹਿੰਦੁਸਤਾਨ। ਲੇਖਕ ਦੇ ਪਿੰਡ ਦਾ ਨਾਮ ਕੀ ਹੈ? ਅਡਿਆਲਾ। ਤੇ ਲੇਖਕ ਕਦੋਂ ਆਪਣੇ ਪਿੰਡ ਜਾਂਦਾ ਸੀ? ਹਰ ਐਤਵਾਰ। ਸੋ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੇਖ ਘਰ ਦਾ ਪਿਆਰ ਸਭ ਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਸਿੱਖਿਆ ਵੀ ਹੋਵੇਗਾ ਕਿ ਅਸੀਂ ਘਰ ਦੇ ਅੰਦਰ ਰਹਿ ਕੇ ਹੀ ਆਪਣੀ ਪੜ੍ਹਾਈ ਨੂੰ ਹਮੇਸ਼ਾ ਜਾਰੀ ਰੱਖਣਾ ਹੈ। ਅੰਤ ਵਿੱਚ ਬੱਚੋ, ਮੈਂ ਤੁਹਾਡੇ ਲਈ ਚੰਦ ਕੇ ਸ਼ਬਦ ਕਹਾਂਗੀ। क्यों डरे जिंदगी में क्या होगा, क्यों डरे जिंदगी में क्या होगा, हर वक्त क्यों सोचे कि बुरा होगा, बढ़ते रहे मंजिलों की ओर हम, कुछ भी ना मिला तो क्या तजर्बा तो नया होगा।